और इहदे नाल नाल जो सतगुरु जी सानू उपदेश करते हैं कि भाई गुरु घर आके जो सानू उपदेश गुरु साहब दे रहे हैं उसनू ग्रहण करना है, क्योंकि हर मनुख का हर किते का जो भी है उहदा एक उद्देश हुंदा है। जिवें किसान आपां अपने खेतां नू वाहुंदा है और जमीन दे विच वो कीमती बीज कीमती रतन जो दाणे हैं उन्हां नू सिट दिंदा है। जे उन्होंने पूछा जाए कि तू ये कीमती दाणे मिट्टी दे विच क्यों रोल दिते हैं, तो उसका जवाब है एक दाणे तो अनेक दाणे उगणगे। एक उद्देश्य है उसका। दुकानदार अपनी दुकान ते जांदा है, दुकान दे विच सोहणियां सोहणियां चीज़ां शंगार के रखता है। उन्होंने पूछा जाए भाई तू ये क्यों इस तरह कर रहा है, उसका उद्देश्य है कि शाम तक मैं इस समान तो बहुत सारी बटक बटांगा। इसी तरह हर एक जो भी काम करने वाला है वो एक उद्देश्य को लेके चलता है। इसी तरह गुरु घर आउण दे नाल साडा एक उद्देश्य होना चाहिए है। जे क्योंकि असीं गुरु घर आए हाँ, किस वास्ते आए हैं, तो इत्थों की खट के जाना है। ये सतगुरु जी ने सानू बार बार समझाया है। इहाँ खाट चलो हर लाहा, आगे बसन सुहेला। क्योंकि आप बैंकों के विच अपना बैलेंस जमा करते हैं, उसका भी एक उद्देश्य होता है कि औखे वेले काम आवेगा। सो बाणी जो है, बाणी जिथे असीं पढ़नी है उससे अमल करना है, उसनों कमाना है। सो यही भाई साहब होना ने जो आप गुरबाणी कीर्तन सरवण किया है या कथा विचार सरवण की है, सारा यही एक सार है कि गुरु घर आके गुरु के दसे हुए मार्ग पर चल के असीं अपना जीवन नूं उच्चा बनाना है। सो बहुत बहुत धन्यवाद है। और हुण मैं बेनती करा सत्कारयोग भाई साहब भाई सतवंत सिंह जी आप जी नूं पावन गुरबाणी विचार दे नाल जोड़नगे। सो उस तो बाद फिर समाप्ति है। बड़े प्यार नाल उन्हां तों विचारां सरवण करिए जी। वाहिगुरू जी का खालसा, वाहिगुरू जी की फतेह। धन वाहिगुरू साहिब जी। मैं ताण दी बाण तू है मेरे स्वामी, मैं तुदे आगे अरदास मैं होर थां नाही, जिस पह करों बेनती मेरा दुख सुख तुझ ही पास। परम सन्मानियो चवर छत्र तखत दे मालक, दो जहाना दे वाली, वाली कुल आलम सर्ब सांझी कायनात दे
ਸਰਬ ਸਾਂਝੇ ਰਹਿਬਰ ਧੰਨਤਾ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤਿਨਾਂ ਦੀ ਪਾਵਨ ਗੋਦ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੀ ਸਮੂਹ ਸਤ ਸੰਗਤ ਬੜੇ ਵੱਡੇ ਭਾਗੇ ਹਾਂ ਜੋ ਕਿ ਸਾਹਿਬਾਂ ਦੀ ਪਾਵਨ ਗੋਦ ਦੇ ਅੰਦਰ ਜੁੜ ਬੈਠ ਕੇ ਲੰਮੇ ਸਮੇਂ ਤੋਂ ਸਾਹਿਬਾਂ ਦੇ ਮੁਕੱਦਸ ਬਚਨ ਸ਼ਰਵਣ ਕਰ ਰਹੇ ਹਾਂ। ਦਾਸਰਿਆਂ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਉਹਨਾਂ ਤੋਂ ਆਪ ਜੀ ਨੇ ਪਾਵਨ ਸ਼ਬਦ ਦੀ ਵਿਚਾਰ ਸ਼ਰਵਣ ਕੀਤੀ ਹੈ। ਉਪਰੰਤ ਪ੍ਰਬੰਧਕ ਸੱਜਣਾ ਵੱਲੋਂ ਦਾਸਰਿਆਂ ਨੂੰ ਜੋ ਸਮਾਂ ਮਿਲਿਆ ਹੈ, ਆਓ ਪਾਵਨ ਸ਼ਬਦ ਜੋ ਗਿਆਨੀ ਕੁਲਦੀਪ ਸਿੰਘ ਜੀ ਨੇ ਸ਼ਬਦ ਦੀ ਵਿਚਾਰ ਆਪ ਜੀਆਂ ਨਾਲ ਸਾਂਝੀ ਕੀਤੀ ਹੈ। ਪਾਵਨ ਬਾਣੀ 12 ਮਾਹ ਜਿਸ ਦੇ 14 ਸ਼ਬਦ ਹਨ। 12 ਸ਼ਬਦ 12 ਮਹੀਨਿਆਂ ਦੇ ਪਹਿਲਾ ਇੱਕ ਸ਼ਬਦ ਸਤਿਗੁਰੂ ਜੀ ਮੰਗਲ ਵਜੋਂ ਵਰਤਦੇ ਹਨ ਤੇ ਅਖੀਰਲਾ ਸ਼ਬਦ 12 ਮਾਹ ਬਾਣੀ ਦਾ ਸਤਿਗੁਰੂ ਜੀ ਸ਼ੁਕਰਾਨੇ ਵਜੋਂ ਵਰਤਦੇ ਹਨ। ਪਾਵਨ ਸ਼ਬਦ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੀ ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਕਰੇ। ਸਤ ਸੰਗਤ ਪਾਵਨ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਫਤਿਹ ਗੁਰੂ ਦਾ ਨਾਰਾ ਬੁਲੰਦ ਕਰੀਏ ਤੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂ, ਧੰਨ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਇਹ ਨਾਰਾ ਬੁਲੰਦ ਕਰਨਾ ਜ਼ਰੂਰੀ ਇਸ ਕਰਕੇ ਹੈ ਕਿ ਜਿੱਥੇ ਵੀ ਲੰਮੇ ਸਮੇਂ ਦੇ ਵਿੱਚ ਬੈਠ ਕੇ ਜੁੜਿਆ ਜਾਵੇ, ਅਕਸਰ ਸਰੀਰ ਮਨੁੱਖੀ ਸਰੀਰ ਨੂੰ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੁੰਦੀ ਹੈ ਤੇ ਜੇਕਰ ਗੁਰੂ ਦਾ ਨਾਰਾ ਬੁਲੰਦ ਕਰੀਏ, ਗੁਰੂ ਸੁਮਤ ਤੇ ਤਾਕਤ ਬਖਸ਼ਦਾ ਹੈ, ਅੰਦਰ ਜੋਸ਼ ਆਉਂਦਾ ਹੈ। ਸਤਿਗੁਰੂ ਜੀ ਦਾ ਪਾਵਨ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਬੇਨਤੀ ਕਰਾਂ, ਇਸ ਨਾਰੇ ਦੇ ਵਿੱਚ ਬਹੁਤ ਵੱਡਾ ਸੰਕਲਪ ਹੈ। ਨਾਰਾ ਸ਼ੁਰੂ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ। ਜਿੱਥੇ ਆਪਾਂ ਵਾਹਿਗੁਰੂ ਸ਼ਬਦ ਉਚਾਰਨ ਕਰਦੇ ਹਾਂ, ਵਾਹਿਗੁਰੂ ਜੀ ਕਾ, ਗੁਰੂ ਦਾ ਸਿਮਰਨ ਬਣਦਾ ਹੈ। ਅਗਲਾ ਬਚਨ ਜਦੋਂ ਖਾਲਸਾ ਬੋਲਦੇ ਹਾਂ, ਖਾਲਸੇ ਦਾ ਭਾਵ ਹੁੰਦਾ ਹੈ ਪਿਓਰ ਸ਼ੁੱਧ, ਜਿਸ ਨੂੰ ਗੁਰੂ ਨਾਨਕ ਸਾਹਿਬ ਪਾਵਨ ਬਾਣੀ ਜਪਜੀ ਸਾਹਿਬ ਦੇ ਵਿੱਚ ਸਚਿਆਰ ਸ਼ਬਦ ਵਰਤਦੇ ਹਨ। ਪਹਿਲਾ ਬਚਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਜੋ ਹੈ ਸਿਮਰਨ, ਤੇ ਅੱਗੇ ਖਾਲਸਾ ਬਚਨ ਬੋਲਦਿਆਂ ਸੰਕਲਪ ਬਣ ਜਾਂਦਾ ਹੈ। ਅਗਲਾ ਬਚਨ ਉਚਾਰਨ ਕਰਦੇ ਹਾਂ ਵਾਹਿਗੁਰੂ ਜੀ ਕੀ, ਸਿਮਰਨ ਬਣਦਾ ਹੈ ਤੇ ਜਦੋਂ ਫਤਿਹ ਬੋਲਦੇ ਹਾਂ ਗੁਰੂ ਦਾ ਬਖਸ਼ਿਆ ਹੋਇਆ ਸੰਕਲਪ ਬਣ ਜਾਂਦਾ ਹੈ। ਤੇ ਜਦੋਂ ਸੰਕਲਪ ਸੇਵਾ ਤੇ ਸਿਮਰਨ ਇਕੱਠੇ ਹੋਣ, ਭਾਈ ਸਾਹਿਬ ਜੀ ਬਚਨ ਕਰ ਰਹੇ ਸਨ ਕਿ ਇੱਕ ਕਿਸਾਨ ਕਿਸੇ ਉਦੇਸ਼ ਦੇ ਨਾਲ ਆਪਣੇ ਖੇਤ ਦੇ ਵਿੱਚ ਫਸਲ ਬੀਜਦਾ ਹੈ ਕਿ ਜੇਕਰ ਮੈਂ ਧਰਤੀ ਦੇ ਵਿੱਚ ਇੱਕ ਬੀਜ ਪਾਉਣਾ ਹਾਂ ਤੇ ਇਸ ਤੋਂ ਮੈਨੂੰ ਅਨੇਕਾਂ ਪ੍ਰਾਪਤ ਹੋਣਗੇ। ਜੇਕਰ ਗੁਰੂ ਦੇ ਸਿਮਰਨ, ਗੁਰੂ ਦੀ ਸੇਵਾ, ਗੁਰੂ ਦੇ ਸੰਕਲਪ ਦਾ ਅਸੀਂ ਬੀਜ ਬੀਜਦੇ ਹਾਂ ਤੇ ਇਸ ਤੋਂ ਅਨੇਕਾਂ ਗੁਣ ਪ੍ਰਾਪਤ ਹੁੰਦੇ ਹਨ। ਸਿੱਖ ਧਰਮ ਦੇ ਮਹਾਨ ਵਿਦਵਾਨ ਡਾਕਟਰ ਮਹਿੰਦਰ ਸਿੰਘ ਜੋਸ਼ ਆਪਣੀ ਇੱਕ ਪੁਸਤਕ ਸਿੱਖ ਜੀਵਨ ਜਾਂਚ ਦੇ ਵਿੱਚ ਲਿਖਦੇ ਹਨ ਕਿ ਸਿੱਖੀ ਦਾ ਦੋ ਥੰਮ ਹਨ, ਸੇਵਾ ਤੇ ਸਿਮਰਨ। ਜਦੋਂ ਸੇਵਾ ਤੇ ਸਿਮਰਨ ਦੋਨੋਂ ਇੱਕ ਜਗ੍ਹਾ ਇਕੱਤਰ ਹੁੰਦੇ ਹਨ, ਫਿਰ ਸੰਕਲਪ ਪੈਦਾ ਹੁੰਦਾ ਹੈ ਤੇ ਜਦੋਂ ਸੰਕਲਪ ਪੈਦਾ ਹੁੰਦਾ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਜਿਨ ਜਿਨ ਨਾਮ ਤੇ ਆਇਆ। ਸਤ ਸੰਗਤ ਖਿਆਲ ਕਰਿਓ,
ਜਿਤਨਾ ਚਿਰ ਸਾਡੇ ਜੀਵਨ ਦੇ ਵਿੱਚ ਕੋਈ ਸੰਕਲਪ ਨਹੀਂ ਹੋਵੇਗਾ, ਕੋਈ ਉਦੇਸ਼ ਨਹੀਂ ਹੋਵੇਗਾ, ਉਤਨਾ ਚਿਰ ਨਾਮ ਸਿਮਰਨ ਵੀ ਨਹੀਂ ਹੋ ਸਕਦਾ। ਜਿਤਨਾ ਚਿਰ ਜੀਵਨ ਦੇ ਵਿੱਚ ਕੋਈ ਜਾਂਚ ਨਹੀਂ ਹੋਵੇਗੀ, ਕੋਈ ਸਿੱਖਿਆ ਨਹੀਂ ਹੋਵੇਗੀ, ਉਤਨਾ ਚਿਰ ਸਿਮਰਨ ਨਹੀਂ ਹੋ ਸਕਦਾ। ਪਾਵਨ ਸ਼ਬਦ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਕਿ ਜਿਨ੍ਹਾਂ ਨੇ ਸੰਕਲਪ ਨੂੰ ਧਾਰਨ ਕਰਕੇ ਆਪਣੇ ਜੀਵਨ ਦੇ ਵਿੱਚ ਸਿਮਰਨ ਦੀ ਪੌੜੀ ਤੇ ਚੜ੍ਹਨ ਦਾ ਯਤਨ ਕੀਤਾ, ਜਿਨ੍ਹਾਂ ਨੇ ਸਿਮਰਨ ਨੂੰ ਜਪ ਕੇ, ਸਿਮਰਨ ਨੂੰ ਯਾਦ ਕਰਕੇ ਉਸ ਗੁਰੂ ਦੇ ਖਿਆਲ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਗੁਰੂ ਵੱਲ ਨੂੰ ਪੌੜੀ ਤੇ ਚੜ੍ਹਨ ਦਾ ਯਤਨ ਕੀਤਾ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਤਿਨ ਕੇ ਕਾਜ ਸਰੇ। ਸਰੇ ਤੋਂ ਭਾਵ ਹੈ ਪੂਰਨ ਹੋਣਾ। ਉਹਨਾਂ ਦੇ ਕਾਜ ਜਿਹੜੇ ਹਨ, ਕਾਜ ਕਿਹੜੇ? ਸਵੇਰੇ ਦਾਸ ਇੱਕ ਬਚਨ ਪੜ੍ਹ ਰਿਹਾ ਸੀ, ਜੇਕਰ ਕਾਜ ਦੀ ਗੱਲ ਕਰੀਏ ਆਤਮਿਕ ਤੌਰ ਤੇ ਸਤਿਗੁਰੂ ਜੀ ਬਖਸ਼ਿਸ਼ਦੇ ਹਨ, ਇਨਸਾਨ ਆਪਣੀਆਂ ਅੱਖਾਂ ਦੇ ਨਾਲ ਸੰਸਾਰ ਦੇ ਉੱਤੇ ਕਿਤਨਾ ਕੁਝ ਪ੍ਰਦਰਸ਼ਨੀਆਂ ਵੇਖਦਾ ਹੈ। ਬਹੁਤ ਪ੍ਰਦਰਸ਼ਨੀਆਂ ਜੀਵਨ ਦੇ ਵਿੱਚ ਸਾਹਮਣੇ ਆਉਂਦੀਆਂ ਹਨ। ਕੁਝ ਐਸੀਆਂ ਹੁੰਦੀਆਂ ਹਨ ਜਿਹੜੀਆਂ ਦਿਲ ਨੂੰ ਛੂਹ ਜਾਂਦੀਆਂ ਹਨ, ਕੁਝ ਐਸੀਆਂ ਹੁੰਦੀਆਂ ਹਨ ਦਿਲ ਨੂੰ ਚੋਟ ਮਾਰ ਕੇ ਜਾਂਦੀਆਂ ਹਨ ਕਿ ਭਲਿਆ ਕੀ ਕਰ ਰਿਹਾ ਹੈ, ਕਿਸ ਦੀ ਲੋੜ ਹੈ, ਕਿਸ ਸੰਕਲਪ ਦੀ ਲੋੜ ਹੈ ਤੇ ਕਿਹੜਾ ਵਿਕਲਪ ਚੁਣ ਰਿਹਾ ਹੈ। ਬਖਸ਼ਿਸ਼ ਕਰਦੇ ਹਨ ਜਿਹੜੇ ਸੰਕਲਪ ਵਿਕਲਪ ਨੂੰ ਛੱਡ ਕੇ ਵਿਕਲਪ ਦੇ ਵਿੱਚੋਂ ਸੰਕਲਪ ਨੂੰ ਚੁਣਦੇ ਹਨ, ਤਿਨ ਕੇ ਕਾਜ ਸਰੇ। ਸਤ ਸੰਗਤ ਬੇਨਤੀ ਕਰਾਂ, ਸਿੱਖ ਧਰਮ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ, ਇੱਕ ਦਿਨ ਸ਼ਾਮ ਨੂੰ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਹਨ ਤੇ ਹਰਮੰਦਰ ਸਾਹਿਬ ਦੀ ਪਰਿਕਰਮਾ ਚੋਂ ਮੱਥਾ ਟੇਕ ਕੇ ਬਾਹਰ ਦਰਸ਼ਨੀ ਡਿਉੜੀ ਦੇ ਵਿੱਚ ਪਹੁੰਚਦੇ ਹਨ। ਦਰਸ਼ਨੀ ਡਿਉੜੀ ਦੇ ਵਿੱਚ ਪਹੁੰਚਦਿਆਂ ਹੋਇਆਂ ਅੱਗਿਓਂ ਭੰਗੀ ਮਿਸਲ ਦੇ ਮੀਤ ਜਥੇਦਾਰ ਸਾਧੂ ਸਿੰਘ ਮਿਲਦੇ ਹਨ। ਜਥੇਦਾਰ ਸਾਧੂ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵੱਲ ਇੱਕ ਝਾਕ ਦੇ ਨਾਲ ਵੇਖਦੇ ਹਨ ਤੇ ਥੋੜਾ ਜਿਹਾ ਚਿਹਰੇ ਦੇ ਉੱਤੇ ਨਿਰਾਸ਼ਾ ਦੀ ਕਿਰਨ ਦਿਖਦੀ ਹੈ। ਜਦੋਂ ਚਿਹਰੇ ਦੇ ਉੱਤੇ ਉਹ ਗੁਰੂ ਦਾ ਰੋਬ, ਗੁਰੂ ਦੀ ਖੁਸ਼ੀ ਨਾਲ ਦੇਖਦਿਆਂ ਹੋਇਆ ਜਥੇਦਾਰ ਸਾਧੂ ਸਿੰਘ ਸਵਾਲ ਕਰਦੇ ਹਨ ਕਿ ਰਣਜੀਤ ਸਿੰਘ ਕੀ ਗੱਲ ਹੈ, ਅੱਜ ਜੀਵਨ ਦੇ ਵਿੱਚ ਪਹਿਲੀ ਵਾਰ ਤੇਰੇ ਚਿਹਰੇ ਤੇ ਨਿਰਾਸ਼ਾ ਦੀ ਕਿਰਨ ਹੈ। ਖਿਆਲ ਕਰਿਓ, ਮਹਾਰਾਜਾ ਰਣਜੀਤ ਸਿੰਘ ਜਵਾਬ ਦਿੰਦੇ ਹਨ, ਜਥੇਦਾਰ ਸਾਹਿਬ ਗੱਲ ਕੁਝ ਐਸੀ ਹੈ ਕਿ ਗੱਲ ਬਣ ਨਹੀਂ ਰਹੀ। ਕਹਿੰਦੇ ਦੱਸਣਾ ਕਰੋ ਗੱਲ ਕੀ ਹੈ। ਸਤ ਸੰਗਤ ਬੇਨਤੀ ਕਰਾਂ, ਸੰਕਲਪ ਸਮਝਿਓ। ਮਹਾਰਾਜਾ ਰਣਜੀਤ ਸਿੰਘ ਜਵਾਬ ਦਿੰਦੇ ਹਨ ਕਿ ਜਥੇਦਾਰ ਸਾਹਿਬ ਸਵਾ ਕੁ 3 ਮਹੀਨੇ ਹੋ ਗਏ ਹਨ ਮੁਲਤਾਨ ਦੇ ਕਿਲੇ ਨੂੰ ਘੇਰਾ ਪਾਇਆ, ਹਜੇ ਤੱਕ ਕਿਲਾ ਫਤਿਹ ਨਹੀਂ ਹੋ ਸਕਿਆ। ਮੇਰੀ ਸੱਜੀ ਬਾਹ ਹਰੀ ਸਿੰਘ ਨਲੂਆ ਵੀ ਜ਼ਖਮੀ ਹੈ ਤੇ ਮੇਰੀ ਖੱਬੀ ਬਾਹ ਨਿਸ਼ਾਨ ਸਿੰਘ ਅਟਾਰੀ ਵੀ ਜ਼ਖਮੀ ਹੈ। ਮੇਰੇ ਦੋਨੋਂ ਜਥੇਦਾਰ, ਮੇਰੇ ਅੰਗ ਸੰਗ ਰਹਿਣ ਵਾਲੇ ਜਥੇਦਾਰ ਜ਼ਖਮੀ ਹੋ ਕੇ ਆਪਣੇ ਵਿਸ਼ਰਾਮ ਦੇ ਵਿੱਚ ਹਨ ਤੇ ਕਿਲਾ ਫਤਿਹ ਨਹੀਂ ਹੋ ਰਿਹਾ। ਜਥੇਦਾਰ ਸਾਧੂ ਸਿੰਘ ਜਵਾਬ ਕਰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਉਸ ਮੈਦਾਨੇ ਜੰਗ ਦੇ ਵਿੱਚ ਤੋਪ ਕਿਹੜੀਆਂ-ਕਿਹੜੀਆਂ ਹਨ। ਮਹਾਰਾਜਾ ਰਣਜੀਤ ਸਿੰਘ ਜਵਾਬ ਦਿੰਦੇ ਹਨ ਕਿ ਸੂਰਜਮੁਖੀ ਤੋਪ ਵੀ ਮੈਦਾਨੇ ਜੰਗ ਦੇ ਵਿੱਚ ਹੈ, ਜੰਗਬਾਜ਼ੀ ਤੋਪ ਵੀ ਮੈਦਾਨੇ ਜੰਗ ਦੇ ਵਿੱਚ ਹੈ। ਇਸ ਤਰੀਕੇ ਦੇ ਨਾਲ 2-3 ਤੋਪਾਂ ਜਿਹੜੀਆਂ ਉਸ ਵੇਲੇ ਦੀਆਂ ਆਪਣੀ ਇੱਕ ਹਸਤੀ ਰੱਖਦੀਆਂ ਸਨ ਮੈਦਾਨੇ ਜੰਗ ਦੇ ਵਿੱਚ, ਉਹ ਤੋਪਾਂ ਸਾਰੀਆਂ ਮੈਦਾਨੇ ਜੰਗ ਦੇ ਵਿੱਚ ਹਨ। ਤੇ ਬਚਨ ਕਰਦੇ ਹਨ ਸਾਧੂ ਸਿੰਘ ਕਿ ਸਾਡੀ ਜਿਹੜੀ ਭੰਗੀ ਮਿਸਲ ਦੀ ਤੋਪ ਹੈ ਉਹ ਕਿੱਥੇ ਹੈ। ਮਹਾਰਾਜਾ ਰਣਜੀਤ ਸਿੰਘ ਆਖਦੇ ਹਨ ਕਿ ਤੁਹਾਡੀ ਵਾਲੀ ਤੋਪ ਤੇ ਉਹ ਭੰਗੀ ਮਿਸਲ ਦੇ ਵਿੱਚ ਹੀ ਹੈ। ਇਤਨੀ ਗੱਲ ਸੁਣਦਿਆਂ ਸਾਧੂ ਸਿੰਘ ਜਵਾਬ ਦਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਬੇਨਤੀ ਹੈ ਸਾਡੀ ਵਾਲੀ ਜਿਹੜੀ ਭੰਗੀ ਮਿਸਲ ਦੀ ਤੋਪ ਹੈ ਉਸ ਤੋਪ ਨੂੰ ਮੈਦਾਨੇ ਜੰਗ ਦੇ ਵਿੱਚ ਪਹੁੰਚਾਇਆ ਜਾਵੇ। ਬੇਨਤੀ ਸਵੀਕਾਰ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਨੇ
ਉਸ ਤੋਪ ਨੂੰ ਮੈਦਾਨੇ ਜੰਗ ਮੁਲਤਾਨ ਦੇ ਕਿਲੇ ਦੇ ਜਿੱਥੇ ਜੰਗ ਹੋ ਰਿਹਾ ਸੀ ਉੱਥੇ ਪਹੁੰਚਾ ਦਿੱਤਾ। ਖਿਆਲ ਕਰਿਓ, ਉਸ ਤੋਪ ਦੀ ਘੇਰਾਬੰਦੀ ਨੂੰ ਦੇਖਦਿਆਂ ਹੋਇਆਂ ਜਿਹੜਾ ਤੋਪਚੀ ਸੀ ਉਸਨੇ ਅੰਦਾਜ਼ਾ ਲਾਇਆ ਕਿਲੇ ਦੀ ਸਾਹਮਣੇ ਵਾਲੀ ਕੰਧ ਦੇ ਉੱਤੇ ਤੋਪ ਦਾ ਆਪਣਾ ਸਥਾਨ ਬਣਾਇਆ ਗਿਆ। ਸਾਧ ਸੰਗਤ, ਮੈਂ ਫਿਰ ਬੇਨਤੀ ਕਰਾਂ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਜਦੋਂ ਇਨਸਾਨ ਦੇ ਮਨ ਦੇ ਅੰਦਰ ਸੰਕਲਪ ਹੁੰਦਾ ਹੈ ਨਾ, ਜਦੋਂ ਇਨਸਾਨੀ ਮਨ ਦੇ ਅੰਦਰ ਸੰਕਲਪ ਕਰਦਾ ਹੈ, ਜਦੋਂ ਕੋਈ ਉਦੇਸ਼ ਲੈ ਕੇ ਇਨਸਾਨ ਆਪਣੀ ਮੰਜ਼ਿਲ ਤੇ ਤੁਰਦਾ ਹੈ ਤੇ ਉਹ ਪੱਥਰ ਪਾੜਨ ਦੀ ਸ਼ਮਤਾ ਵੀ ਰੱਖਦਾ ਹੈ। ਤੋਪਚੀ ਨੇ ਤੋਪ ਨੂੰ ਆਪਣੀ ਜਗ੍ਹਾ ਤੇ ਸਥਾਨ ਤੇ ਟਿਕਾਇਆ ਤੇ ਕਿਉਂਕਿ ਜਿਹੜਾ ਤੋਪ ਚਲਾਉਂਦਾ ਹੈ ਉਸ ਨੂੰ ਜਾਣਕਾਰੀ, ਜਿਹੜਾ ਅੱਜ ਕੱਲ ਦੇ ਸਮੇਂ ਵਿੱਚ ਅਸੀਂ ਜਿਸ ਕੋਲ ਵੀ ਬੰਦੂਕ ਹੋਵੇ, ਗੋਲੀ ਹੋਵੇ, ਚਲਾਉਂਦਾ ਹੋਵੇ, ਸਾਡੇ ਵੀਰ ਜਿਹੜੇ ਆਰਮੀ ਵਾਲੇ ਚਲਾਉਂਦੇ ਹਨ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਆਪਣੀ ਰਾਈਫਲ ਦਾ ਕਿੰਨੀ ਦੂਰ ਗੋਲੀ ਜਾਵੇਗੀ, ਕਿੱਥੋਂ ਤੱਕ ਮਾਰ ਕਰ ਸਕਦੀ ਹੈ। ਤੋਪਚੀ ਨੇ ਆਪਣਾ ਨਿਸ਼ਾਨਾ ਲਾਇਆ, ਆਪਣਾ ਅੰਦਾਜ਼ਾ ਲਾ ਕੇ ਆਖਦਾ ਹੈ, ਜੇਕਰ ਕਿਲੇ ਦੀ ਸਾਹਮਣੇ ਵਾਲੀ ਬਾਹੀ ਦੇ ਉੱਤੇ, ਭਾਵ ਸਾਹਮਣੇ ਵਾਲੀ ਕੰਧ ਦੇ ਉੱਤੇ 20 ਗੋਲੇ ਇੱਕ ਜਗ੍ਹਾ ਦੇ ਉੱਤੇ ਦਾਗੇ ਜਾਣ, ਫਿਰ ਕਿਲੇ ਦੀ ਕੰਧ ਦੇ ਵਿੱਚ ਪਾੜ ਪੈ ਸਕਦਾ ਹੈ। ਪਾੜ ਤੋਂ ਭਾਵ ਕਿਲੇ ਦੀ ਕੰਧ ਤੋੜ ਕੇ ਸੁੱਟੀ ਜਾ ਸਕਦੀ ਹੈ, ਜਿਸ ਦੇ ਦੁਆਰਾ ਫੌਜ ਅੰਦਰ ਜਾਵੇਗੀ। ਜਦੋਂ ਇਹ ਗੱਲ ਸੁਣੀ, ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਸਾਥੀ ਖੁਸ਼ੀ ਦੀ ਲਹਿਰ ਪੂਰੀ ਫੌਜ ਦੇ ਵਿੱਚ ਦੌੜ ਗਏ। ਤੋਪਚੀ ਨੇ ਗੋਲਾ ਪਾਇਆ, ਗੋਲੇ ਨੂੰ ਅੱਗ ਲਾਈ ਤੇ ਜਾ ਕੇ ਗੋਲਾ ਜਦੋਂ ਕੰਧ ਦੇ ਉੱਤੇ ਟਕਰਾਉਂਦਾ ਹੈ, ਉਸ ਗੁਰੂ ਕੇ ਲਾਡਲੀਆਂ ਫੌਜਾਂ ਦੇ ਵਿੱਚ ਇੱਕ ਮੁਸਲਮਾਨ ਲੇਖਕ, ਕਵੀ ਕਹਿ ਲਈਏ, ਇਤਿਹਾਸਕਾਰ ਕਹਿ ਲਈਏ, ਸੈयद ਗੁਲਾਮ ਜਲਾਨੀ, ਉਹ ਮੁਸਲਮਾਨ ਇਤਿਹਾਸਕਾਰ ਸੈयद ਗੁਲਾਮ ਜਲਾਨੀ ਸਿਰ ਦੇ ਉੱਤੇ ਬੜੀ ਸੋਹਣੀ ਗੁਰੂ ਦੇ ਸਿੱਖਾਂ ਵਰਗੀ ਦਸਤਾਰ ਸਜਾਈ ਹੈ। ਗੁਰੂ ਦਾ ਚੋਲਾ ਪਾਇਆ ਹੋਇਆ ਹੈ, ਦਸਤਾਰ ਸਜਾਈ ਹੈ, ਭਾਵ ਕਿ ਪੂਰਾ ਗੁਰੂ ਕੇ ਸਿੱਖਾਂ ਵਾਲਾ ਬਾਣਾ ਧਾਰਨ ਕੀਤਾ ਹੈ। ਬਾਣਾ ਧਾਰਨ ਕਰਕੇ ਗੁਰੂ ਦੀਆਂ ਸਿੱਖਾਂ ਦੇ ਫੌਜਾਂ ਦੇ ਵਿੱਚ ਘੁੰਮ ਰਿਹਾ। ਮੁਗਲ ਹਕੂਮਤ ਵੱਲੋਂ ਛੱਡਿਆ ਹੋਇਆ, ਜਿਸ ਨੂੰ ਰਾਜਦੂਤ ਕਹਿ ਲਈਏ, ਕਿ ਉਹ ਖਬਰਾਂ ਇਕੱਠੀਆਂ ਕਰ ਰਿਹਾ ਸੀ ਕਿਸ ਪ੍ਰਕਾਰ ਦੀਆਂ ਘਾੜਤਾਂ ਘੜੀਆਂ ਜਾ ਰਹੀਆਂ। ਖਿਆਲ ਕਰਿਓ, ਉਹ ਆਪਣੀ ਕਿਤਾਬ ਮੁਲਤਾਨੇ ਜੰਗਨਾਮਾ ਦੇ ਵਿੱਚ ਲਿਖਦਾ ਹੈ ਕਿ ਜਦੋਂ ਤੋਪਚੀ ਨੇ ਗੋਲਾ ਪਾ ਕੇ ਗੋਲੇ ਨੂੰ ਅੱਗ ਲਾਈ, ਪਹਿਲਾ ਗੋਲਾ ਮੁਲਤਾਨ ਦੀ ਕੰਧ ਤੇ ਜਾ ਕੇ ਟਕਰਾਇਆ, ਇੰਜ ਲੱਗਿਆ ਜਿਵੇਂ ਮੁਲਤਾਨ ਦਾ ਕਿਲਾ ਧਰਤੀ ਤੋਂ ਹਿੱਲ ਗਿਆ। ਅਗਲੀ ਗੱਲ ਲਿਖਦਾ ਹੈ, ਜਦੋਂ ਦੂਸਰਾ ਗੋਲਾ ਪਾ ਕੇ ਤੋਪਚੀ ਨੇ ਅੱਗ ਲਾਈ, ਇੰਜ ਲੱਗਦਾ ਜਿਵੇਂ ਕਿਲੇ ਦੀ ਕੰਧ ਦੇ ਵਿੱਚ ਪਾੜ ਪੈ ਗਿਆ। ਖਿਆਲ ਕਰਿਓ ਸਾਧ ਸੰਗਤ, ਤੀਸਰਾ ਗੋਲਾ ਪਾਇਆ ਤੋਪਚੀ ਨੇ, ਗੋਲੇ ਨੂੰ ਅੱਗ ਲਾਉਣ ਦੀ ਦੇਰ ਸੀ, ਗੋਲੇ ਨੂੰ ਅੱਗ ਲੱਗ ਗਈ, ਗੋਲਾ ਤੋਪ ਦੇ ਸਾਇਲੈਂਸਰ ਦੇ ਵਿੱਚੋਂ ਨਿਕਲ ਕੇ ਬਾਹਰ ਆ ਗਿਆ, ਤੋਪ ਦਾ ਧੁਰਾ ਟੁੱਟ ਗਿਆ। ਜਿਸ ਦੇ ਉੱਤੇ ਤੋਪ ਰੱਖੀ ਜਾਂਦੀ ਹੈ, ਰੇੜ ਕੇ ਲਜਾਈ ਜਾਂਦੀ ਹੈ, ਉਹ ਧੁਰਾ ਟੁੱਟ ਗਿਆ। ਉਹ ਆਪਣੀ ਗੱਲ ਲਿਖਦਾ ਹੈ, ਜਦੋਂ ਤੀਸਰਾ ਗੋਲਾ ਜਾ ਕੇ ਟਕਰਾਇਆ ਕੰਧ ਦੇ ਵਿੱਚ, ਕਹਿੰਦਾ ਮੈਨੂੰ ਇੰਜ ਲੱਗਿਆ ਜਿਵੇਂ ਮੁਲਤਾਨ ਦਾ ਕਿਲਾ ਢਹਿ ਢੇਰੀ ਹੋ ਗਿਆ। ਖਿਆਲ ਕਰਿਓ ਸਾਧ ਸੰਗਤ, ਜਦੋਂ ਕੋਈ ਚਾਣਚੱਕ ਸਾਡੇ ਵਿੱਚ ਘਟਨਾ ਵਾਪਰ ਜਾਂਦੀ ਹੈ ਨਾ, ਤੇ ਇੱਕਦਮ ਚਿਹਰੇ ਦੇ ਉੱਤੇ ਨਿਰਾਸ਼ਾ ਜੀ ਆ ਜਾਂਦੀ ਹੈ ਕਿ ਇਹ ਕੀ ਭਾਣਾ ਚੱਲ ਰਿਹਾ ਸੀ ਤੇ ਕੀ ਵਾਪਰ ਗਿਆ। ਜਿੱਥੇ ਸਾਰੇ ਸਿੰਘਾਂ ਦੇ ਫੌਜ ਦੇ ਵਿੱਚ ਸਾਰੀ ਖੁਸ਼ੀ ਦੀ ਲਹਿਰ ਸੀ ਕਿ ਹੁਣ 3 ਗੋਲੇ ਚੱਲ ਗਏ ਹਨ, 2 ਗੋਲੇ ਚੱਲ ਗਏ ਹਨ, 18 ਗੋਲੇ ਹੋਰ ਚੱਲਣਗੇ, ਕਿਲੇ ਦੀ ਕੰਧ ਦੇ ਵਿੱਚ ਪਾੜ ਪੈ ਜਾਵੇਗਾ, ਫੌਜ ਅੰਦਰ ਜਾਵੇਗੀ, ਫੌਜ ਅੰਦਰ ਜਾਵੇਗੀ, ਮੁਲਤਾਨ ਦੇ ਕਿਲੇ ਤੇ ਹਮਲਾ ਬੁਲਿਆ ਜਾਵੇਗਾ ਤੇ ਮੁਲਤਾਨ ਦਾ ਕਿਲਾ ਫਤਿਹ ਹੋ ਜਾਵੇਗਾ। 3 ਗੋਲੇ ਤੋਪ ਤੋਂ ਚੱਲੇ, ਤੋਪ ਦਾ ਧੁਰਾ ਟੁੱਟ ਗਿਆ। ਖਿਆਲ ਕਰਿਓ, ਜਦੋਂ ਤੋਪ ਦਾ ਧੁਰਾ ਟੁੱਟਿਆ ਤੇ ਸਾਰੇ ਸਿੰਘ ਭੱਜ ਕੇ ਇੱਕ ਦੂਜੇ ਵੱਲ ਨੂੰ ਜਾ ਰਹੇ ਹਨ। ਮੈਂ ਬੇਨਤੀ ਕਰਾਂ, ਫਿਰ ਸਮਝਿਓ, ਸਾਰੇ ਸਿੰਘ ਇੱਕ ਦੂਜੇ ਵੱਲ ਨੂੰ ਭੱਜ ਕੇ ਜਾ ਰਹੇ ਹਨ, ਆਪਣੀ ਆਪਣੀ ਭਾਸ਼ਾ ਦੇ ਵਿੱਚ ਬੋਲ ਰਹੇ ਹਨ, ਦੱਸ ਰਹੇ ਹਨ ਕਿ ਤੋਪ ਦਾ ਧੁਰਾ ਟੁੱਟ ਗਿਆ। ਸਤ ਸੰਗਤ, ਸੰਕਲਪ ਵੇਖਿਓ,
ਜਦੋਂ ਤੋਪ ਦਾ ਧੁਰਾ ਟੁੱਟਿਆ, ਤੋਪਚੀ ਨੇ ਇਹ ਗੱਲ ਆਖੀ ਕਿ ਜੇਕਰ ਇੱਕ ਗੋਲਾ ਚਲਾਉਣਾ ਹੈ, ਇੱਕ ਗੋਲਾ ਚਲਾਉਣ ਦੇ ਲਈ ਤੋਪ ਦੇ ਧੁਰੇ ਦੇ ਥੱਲੇ ਇੱਕ ਸਿੰਘ ਨੂੰ ਆਪਣਾ ਮੋਢਾ ਦੇਣਾ ਪਵੇਗਾ। ਤੇ ਜਦੋਂ ਤੋਪ ਦਾ ਗੋਲਾ ਚੱਲੇਗਾ, ਗੋਲੇ ਨੂੰ ਅੱਗ ਲਾਈ ਜਾਵੇਗੀ, ਤੋਪ ਦਾ ਗੋਲਾ ਸਾਇਲੈਂਸਰ ਚੋਂ ਬਾਹਰ ਜਾਵੇਗਾ ਤੇ ਉਹ ਸਿੰਘ ਵੀ ਜਿਹੜਾ ਤੋਪ ਦੇ ਧੁਰੇ ਦੇ ਥੱਲੇ ਮੋਢਾ ਦਿੱਤਾ ਹੋਵੇਗਾ, ਤੁੰਬਾ ਤੁੰਬਾ ਕਰਕੇ ਗੋਲੇ ਦੇ ਨਾਲ ਉੱਡ ਜਾਵੇਗਾ। ਇਤਨੀ ਗੱਲ ਸੁਣੀ ਹੈ, ਸਿੰਘਾਂ ਦੇ ਵਿੱਚ ਜੋਸ਼ ਆ ਗਿਆ। ਮੈਂ ਬੇਨਤੀ ਕਰਾਂ, ਹੁਣ ਸਿੰਘਾਂ ਦੇ ਵਿੱਚ ਜੋਸ਼ ਇਸ ਗੱਲ ਦਾ ਆਇਆ ਕਿ ਉਹ ਆਪਸ ਵਿੱਚ ਜੂਝ ਰਹੇ ਹਨ। ਉਹ ਪਹਿਲਾ ਆਖ ਰਿਹਾ ਹੈ ਕਿ ਮੋਢਾ ਮੈਂ ਦੇਣਾ ਹੈ ਤੇ ਦੂਜਾ ਆਖ ਰਿਹਾ ਹੈ ਮੋਢਾ ਮੈਂ ਦੇਣਾ ਹੈ। ਬੇਨਤੀ ਕਰਾਂ ਸੰਕਲਪ। ਉਧਰ ਸੈਯਦ ਗੁਲਾਮ ਜਲਾਨੀ ਆਪਣੀ ਮਨ ਦੀ ਕਾਇਆ ਕਲਪ ਦੇ ਵਿੱਚ, ਆਪਣੀ ਕਿਰਿਆ ਦੇ ਵਿੱਚ ਰੁੱਝਿਆ ਹੋਇਆ ਮਨ ਦੇ ਕਿਆਸ ਲਗਾ ਰਿਹਾ ਹੈ ਕਿ ਜਿਹੜੇ ਸਿੱਖ ਆਖਦੇ ਸਨ ਨਾ ਕਿ ਗੁਰੂ ਦੇ ਤੋਂ ਕੁਰਬਾਨ ਜਾਂਦੇ ਆ, ਅੱਜ ਉਹਨਾਂ ਦੇ ਉੱਤੇ ਪ੍ਰੈਕਟੀਕਲ ਹੋਣਾ ਹੈ। ਹੁਣ ਵੇਖਦਾ ਹਾਂ ਕਿ ਕਿੰਨੇ ਗੁਰੂ ਤੋਂ ਕੁਰਬਾਨ ਜਾਂਦੇ ਆ। ਉਹ ਆਪਦੀ ਮਨ ਦੀ ਕਾਇਆ ਕਲਪ ਕਿਆਸ ਦੇ ਵਿੱਚ ਆਖ ਰਿਹਾ ਹੈ ਕਿ ਹੁਣ ਇੱਧਰ ਉੱਧਰ ਜਾਨ ਬਚਾਉਣ ਲਈ ਭੱਜ ਰਹੇ ਹਨ ਤਾਂ ਕਿ ਤੋਪ ਦੇ ਧੁਰੇ ਦੇ ਥੱਲੇ ਮੋਢਾ ਨਾ ਦੇਣਾ ਪਵੇ। ਖਿਆਲ ਕਰਿਓ ਸਤ ਸੰਗਤ, ਸਾਰੇ ਆਪਸ ਵਿੱਚ ਜੂਝ ਰਹੇ ਹਨ। ਪਹਿਲਾ ਸਿੰਘ ਆਖ ਰਿਹਾ ਹੈ ਕਿ ਮੋਢਾ ਮੈਂ ਦੇਣਾ ਹੈ, ਦੂਸਰਾ ਆਖ ਰਿਹਾ ਹੈ ਮੋਢਾ ਮੈਂ ਦੇਣਾ ਹੈ। ਇਤਨੇ ਨੂੰ ਸੈਯਦ ਗੁਲਾਮ ਜਲਾਨੀ ਇੱਕ ਸਿੰਘ ਨੂੰ ਆਵਾਜ਼ ਮਾਰਦਾ ਹੈ ਤੇ ਪੁੱਛਦਾ ਹੈ, ਭਾਈ ਕੀ ਗੱਲ ਹੋਈ ਹੈ? ਇਹ ਫੌਜ ਦੇ ਵਿੱਚ ਇੰਨੀ ਹਫੜਾ ਦਫੜੀ ਕਿਉਂ ਮੱਚੀ ਹੋਈ ਹੈ? ਫੌਜ ਇੱਧਰ ਉੱਧਰ ਭੱਜ ਕਿਉਂ ਰਹੀ ਹੈ? ਖਿਆਲ ਕਰਿਓ, ਉਹ ਸਿੰਘ ਜਵਾਬ ਦਿੰਦਾ ਹੈ ਕਿ 3 ਗੋਲੇ ਚੱਲਣ ਦੇ ਬਾਅਦ ਤੋਪ ਦਾ ਧੁਰਾ ਟੁੱਟ ਗਿਆ ਤੇ ਹੁਣ ਸਾਡੇ ਤੋਪਚੀ ਨੇ ਦੱਸਿਆ ਹੈ ਜੇਕਰ ਇੱਕ ਗੋਲਾ ਚਲਾਉਣ ਦੇ ਲਈ ਇੱਕ ਸਿੰਘ ਨੂੰ ਆਪਣੀ ਜਾਨ ਦੀ ਬਾਜੀ ਲਾਉਣੀ ਪਵੇਗੀ। ਤੇ ਉਹ ਆਖਦਾ ਫਿਰ ਜਾਨ ਦੀ ਬਾਜੀ ਲਾਉਣੀ ਪਵੇਗੀ ਤੇ ਲਾਉਣੀ ਪੈਣੀ ਹੈ, ਇੱਧਰ ਉੱਧਰ ਭੱਜ ਕਿਉਂ ਰਹੇ ਹੋ? ਉਹ ਸਿੰਘ ਅੱਗੇ ਜਵਾਬ ਦਿੰਦਾ ਕਿ ਭਾਈ ਭੱਜ ਨਹੀਂ ਰਹੇ, ਉੱਥੇ ਤੇ ਲੜਾਈ ਮਚੀ ਹੈ ਕਿ ਪਹਿਲਾ ਮੋਢਾ ਦੇਣਾ ਕਿਸਨੇ ਹੈ। ਸਾਧ ਸੰਗਤ ਸੰਕਲਪ ਵੇਖੇ। ਮੈਂ ਫਿਰ ਬੇਨਤੀ ਕਰਾਂ ਕਿ ਉੱਥੇ ਲੜਾਈ ਇਸ ਗੱਲ ਦੀ ਹੋ ਰਹੀ ਹੈ ਕਿ ਪਹਿਲਾ ਮੋਢਾ ਦੇਣਾ ਕੌਣ ਹੈ। ਇੱਕ ਆਖ ਰਿਹਾ ਹੈ ਪਹਿਲਾ ਮੋਢਾ ਮੈਂ ਦੇਣਾ ਹੈ, ਦੂਸਰਾ ਆਖ ਰਿਹਾ ਹੈ ਮੈਂ ਦੇਣਾ। ਸਤ ਸੰਗਤ ਉਹ ਲਿਖਦਾ, ਮੇਰੇ ਅੰਦਰ ਜਦੋਂ ਇਹ ਗੱਲ ਸੁਣੀ ਮੇਰੇ ਅੰਦਰ ਦੀ ਆਤਮਾ ਹੀ ਮਰ ਗਈ। ਕਹਿੰਦਾ ਮੇਰੇ ਅੰਦਰ ਦਾ ਹੋਸ਼ ਮਰ ਗਿਆ ਕਿ ਮੈਂ ਕੀ ਸੋਚ ਰਿਹਾ ਸੀ ਤੇ ਗੁਰੂ ਕੇ ਸਿੰਘ ਕੀ ਕਰਨ ਨੂੰ ਤਿਆਰ ਬੈਠੇ। ਖਿਆਲ ਕਰਿਓ ਸਤ ਸੰਗਤ, ਇਤਿਹਾਸ ਵਿੱਚ ਲਿਖਿਆ ਜਾਂਦਾ ਹੈ ਕਿ ਉਸ ਤੋਪ ਦਾ ਗੋਲਾ 23 ਕਿਲੋ ਦਾ ਸੀ, ਲਗਭਗ 23-24 ਕਿਲੋ ਦਾ ਗੋਲਾ ਸੀ। ਤੇ ਜਿਹੜੇ ਮੇਰੇ ਵੀਰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਰੱਖਦੇ ਹਨ ਉਹਨਾਂ ਨੂੰ ਪਤਾ ਹੋਵੇਗਾ ਕਿ ਰਾਈਫਲ ਦਾ ਜਿਹੜਾ ਫਾਇਰ ਹੈ ਉਹ 100-200 ਗ੍ਰਾਮ ਦਾ ਹੁੰਦਾ ਹੈ। ਉਹ ਚਲਾਉਂਦਿਆਂ ਸਾਰ ਕਿੱਡਾ ਝਟਕਾ ਲੱਗਦਾ ਹੈ ਤੇ ਜਦੋਂ 23 ਕਿਲੋ ਦਾ ਗੋਲਾ ਚੱਲਦਾ ਹੈ ਕਿੰਨਾ ਝਟਕਾ ਲੱਗਦਾ ਹੋਵੇਗਾ। ਸੱਚ ਜਾਣਿਓ, ਜਦੋਂ ਆਪਸ ਵਿੱਚ ਹਫੜਾ ਦਫੜੀ ਮੱਚੀ ਹੈ, ਫੌਜ ਦਾ ਜਥੇਦਾਰ ਕਮਾਂਡਰ ਆ ਕੇ ਆਖਦਾ ਹੈ ਸਾਰੇ ਰੁਕ ਜਾਓ। ਫੌਜ ਦੇ ਵਿੱਚ ਸ਼ਾਂਤੀ ਹੋ ਜਾਂਦੀ ਹੈ ਜਦੋਂ ਜਥੇਦਾਰ ਆਖਦਾ ਹੈ ਸਾਰੇ ਰੁਕ ਜਾਓ। ਤੇ ਸਵਾਲ ਕਰਦਾ ਹੈ ਕਿ ਤੁਹਾਡਾ ਜਥੇਦਾਰ ਕੌਣ ਹੈ? ਤੁਹਾਡਾ ਫੌਜ ਦਾ ਜਥੇਦਾਰ ਕਮਾਂਡਰ ਕੌਣ ਹੈ? ਸਾਰੇ ਹੱਥ ਜੋੜ ਕੇ ਆਖਦੇ ਹਨ ਜਥੇਦਾਰ ਸਾਹਿਬ ਤੁਸੀਂ ਸਾਡੇ ਜਥੇਦਾਰ ਹੋ। ਤੇ ਕਹਿੰਦੇ ਜੇਕਰ ਜਥੇਦਾਰ ਵੀ ਮੈਂ ਹਾਂ ਤੇ ਫਰਜ਼ ਬਣਦਾ ਹੈ ਪਹਿਲਾ ਮੋਢਾ ਵੀ ਮੈਂ ਦਵਾਂ। ਮਾਫ ਕਰਿਓ, ਇਹ ਗੱਲ ਕਹਿਣੀ ਮਜਬੂਰ ਹੋ ਜਾਂਦੀ ਹੈ। ਉਹ ਜਥੇਦਾਰ ਸਨ, ਉਹ ਸਾਡੇ ਲੀਡਰ ਸਨ ਜਿਨ੍ਹਾਂ ਨੇ ਇਹ ਗੱਲ ਆਖੀ ਕਿ ਜੇਕਰ ਜਥੇਦਾਰ ਮੈਂ ਹਾਂ ਤੇ ਪਹਿਲਾ ਮੋਢਾ ਵੀ ਮੇਰਾ ਦੇਣਾ ਬਣਦਾ ਹੈ, ਨਾ ਕਿ ਅੱਜ ਕੱਲ ਦੇ ਸਾਡੇ ਲੀਡਰ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਲਾਸ਼ਾਂ ਪਈਆਂ ਹੁਣ ਤੇ ਲੀਡਰ ਹੱਥ ਜੋੜ ਕੇ ਬਾਹਰ ਆ ਰਹੇ ਨੇ। ਜਥੇਦਾਰ ਆਖਦਾ ਹੈ ਇਹ ਗੱਲ ਜੇਕਰ ਜਥੇਦਾਰ ਮੈਂ ਹਾਂ ਤੇ ਪਹਿਲਾ ਮੋਢਾ ਵੀ ਮੈਂ ਦਵਾਂਗਾ। ਸੱਚ ਜਾਣਿਓ ਸਤ ਸੰਗਤ, ਸੈਯਦ ਗੁਲਾਮ ਜਲਾਨੀ ਲਿਖਦਾ ਹੈ ਜਥੇਦਾਰ ਨੇ ਤੋਪ ਦੇ ਥੱਲੇ ਪਹਿਲਾ ਮੋਢਾ ਦਿੱਤਾ ਤੇ ਤੋਪਚੀ ਨੇ ਗੋਲਾ ਪਾ ਕੇ ਗੋਲੇ ਨੂੰ ਜਦੋਂ ਅੱਗ ਲਾਈ ਹੈ ਜਥੇਦਾਰ ਤੁੰਬਾ ਤੁੰਬਾ ਹੋ ਕੇ ਮੈਦਾਨੇ ਜੰਗ ਦੇ ਵਿੱਚ ਉੜ ਗਿਆ। ਇਸ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਗੋਲਾ ਚੱਲਦਾ ਰਿਹਾ। ਸਿੰਘ ਮੈਦਾਨੇ ਜੰਗ ਦੇ ਵਿੱਚ ਉੜਦੇ ਰਹੇ, ਆਪਣੀ ਜਾਨ ਦੀ ਬਾਜੀ, ਸਿਰ ਧੜ ਦੀ ਬਾਜੀ ਲਾਉਂਦੇ ਰਹੇ। ਜਦੋਂ ਲਗਭਗ 20 ਗੋਲੇ ਚੱਲ ਗਏ, ਕੰਧ ਦੀ ਉਸ ਕੰਧ ਦੇ ਵਿੱਚ ਪਾੜ ਪੈ ਗਿਆ, ਕੰਧ ਦੋ ਪਾਸਿਆਂ ਦੇ ਵਿੱਚ ਡਿੱਗ ਪਈ।
ਹੁਣ ਅਗਲੇ ਜਥੇਦਾਰ ਸਾਹਿਬ ਨੇ ਆਪਣੀ ਫੌਜ ਨੂੰ ਤਿਆਰ ਕੀਤਾ। ਫੌਜ ਨੂੰ ਤਿਆਰ ਕਰਕੇ ਕਿਲੇ ਦੇ ਅੰਦਰ ਐਂਟਰ ਹੁੰਦੇ ਹਨ। ਕਿਲੇ ਦੇ ਵਿੱਚ ਪ੍ਰਵੇਸ਼ ਕੀਤਾ। ਅੱਗੇ ਮੁਜ਼ੱਫਰ ਖਾਨ ਆਪਣੀ ਫੌਜਾਂ ਦੇ ਨਾਲ 4 ਪੁੱਤਰ ਆਪਣੀਆਂ ਸਮੂਹ ਫੌਜਾਂ ਦੇ ਨਾਲ ਪੂਰਾ ਮੋਰਚਾ ਬੰਦੀ ਕਰਕੇ ਖੜਾ ਹੈ। ਸਤ ਜਾਣਿਓ ਸਾਧ ਸੰਗਤ, ਉਹ ਗੁਰੂ ਕੇ ਸਿੱਖਾਂ ਨੇ ਸੰਕਲਪ ਲੈਂਦੇ ਹੋਏ ਅੰਦਰ ਕਮਸਾਨ ਦਾ ਜੰਗ ਹੁੰਦਾ ਹੈ। ਮੈਦਾਨੇ ਜੰਗ ਦੇ ਵਿੱਚ ਮੁਜ਼ੱਫਰ ਖਾਨ ਮੈਦਾਨੇ ਜੰਗ ਦੇ ਵਿੱਚ ਹਾਰ ਮੰਨ ਕੇ ਆਪਣੇ 2 ਪੁੱਤਰ ਸ਼ਹੀਦ ਕਰਾ ਗਿਆ। ਮੁਜ਼ੱਫਰ ਖਾਨ ਮਾਰਿਆ ਗਿਆ। ਜਦੋਂ ਉਸਦੇ 2 ਪੁੱਤਰ ਬਚਦੇ ਹਨ, ਮੈਦਾਨੇ ਜੰਗ ਦਾ ਖਾਤਮਾ ਹੁੰਦਾ ਹੈ। ਮੈਦਾਨੇ ਜੰਗ ਦੇ ਖਾਤਮੇ ਦੇ ਬਾਅਦ ਅੰਦਰ ਗਏ ਸਿੰਘ ਜਥੇਦਾਰ ਸਾਹਿਬ, ਕੁਝ ਸਿੰਘ ਵੀ ਸ਼ਹੀਦੀਆਂ ਪ੍ਰਾਪਤ ਕਰਦੇ ਹਨ। ਮੁਜ਼ੱਫਰ ਖਾਨ ਦੇ 2 ਪੁੱਤਰਾਂ ਨੂੰ ਬੰਦੀ ਬਣਾ ਕੇ ਫੜ ਕੇ ਬਾਹਰ ਲਿਆਉਂਦੇ ਹਨ। ਕਿਲੇ ਦੇ ਬਾਹਰ ਠੀਕ ਸਟੀਕ ਉਸ ਜਗ੍ਹਾ ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਖੜੇ ਹੁੰਦੇ ਹਨ। ਸਤ ਸੰਗਤ ਖਿਆਲ ਕਰਿਓ, ਜਲਾਨੀ ਆਪਣੀ ਪੁਸਤਕ ਦੇ ਵਿੱਚ ਲਿਖਦਾ ਹੈ, ਕਹਿੰਦਾ ਜਦੋਂ ਮੁਜ਼ੱਫਰ ਖਾਨ ਦੇ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ, ਸਤ ਸੰਗਤ ਮੈਂ ਬੇਨਤੀ ਕਰਾਂ, ਉਹ ਸ਼ਬਦ ਵਰਤਦਾ ਹੈ ਗ੍ਰਿਫਤਾਰ ਆਪਣੀ ਭਾਸ਼ਾ ਦੇ ਵਿੱਚ, ਲੇਕਿਨ ਬੇਨਤੀ ਕਰਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਦੀ ਇਹ ਖਾਸੀਅਤ ਹੈ, ਇਹ ਪਰੰਪਰਾ ਹੈ ਕਿ ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਕਦੀ ਵੀ ਕਿਸੇ ਨੂੰ ਬੰਦੀ ਨਹੀਂ ਬਣਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲੈ ਕੇ ਅਖੀਰਲੀਆਂ ਜੰਗਾਂ ਤੱਕ ਇਹ ਪਰੰਪਰਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਘਰ ਦੇ ਵਿੱਚ ਕਦੀ ਕਿਸੇ ਦੁਸ਼ਮਣ ਨੂੰ ਬੰਦੀ ਨਹੀਂ ਬਣਾਇਆ ਗਿਆ। ਉਹ ਆਪਣੀ ਸ਼ਬਦ ਵਰਤਦਾ ਹੈ ਗ੍ਰਿਫਤਾਰ। ਖੈਰ ਮੈਂ ਗੁਰੇਜ਼ ਨਾ ਕਰਾਂ ਸ਼ਬਦ ਵਰਤਣ ਤੋਂ। ਜਦੋਂ ਫੜ ਕੇ ਲਿਆਂਦਾ ਜਾਂਦਾ ਹੈ, ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਦੋਨਾਂ ਪੁੱਤਰਾਂ ਨੂੰ ਖੜਾ ਕੀਤਾ ਜਾਂਦਾ ਹੈ। ਹੁਣ ਮੁਲਤਾਨ ਦੇ ਲੋਕ ਕੀ ਸੋਚ ਰਹੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਹੱਥ ਵਿੱਚ ਕਿਰਪਾਨ ਦਾ ਮਿਆਨ ਹੈ ਤੇ ਦੂਜੇ ਹੱਥ ਵਿੱਚ ਨੰਗੀ ਕਿਰਪਾਨ ਹੈ। ਇੱਕ ਹੱਥ ਦੇ ਵਿੱਚ ਸ਼ਮਸ਼ੀਰ ਦਾ ਮਿਆਨ ਹੈ, ਦੂਜੇ ਹੱਥ ਦੇ ਵਿੱਚ ਸ਼ਮਸ਼ੀਰ ਦਾ ਫੜੀ ਹੋਈ ਹੈ। ਤੇ ਕਹਿੰਦੇ ਸਾਨੂੰ ਇੰਜ ਲੱਗਦਾ ਸੀ ਜਿਵੇਂ ਹੁਣ ਮੁਜ਼ੱਫਰ ਖਾਨ ਦੇ ਪੁੱਤਰ ਦੋਨੋਂ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਖੜੇ ਆ, ਉਹ ਆਪਣੇ ਜੋਸ਼ ਦੇ ਵਿੱਚ ਹੈ, ਆਪਣੀ ਕਿਰਪਾਨ ਦਾ ਇੱਕ ਵਾਰ ਕਰੇਗਾ, ਦੋਨਾਂ ਪੁੱਤਰਾਂ ਨੂੰ ਵੱਢ ਕੇ ਸੁੱਟ ਦੇਵੇਗਾ। ਕਹਿੰਦੇ ਜਦੋਂ ਮੈਂ ਲਾਗੇ ਜਾ ਕੇ ਵੇਖਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਕਿਰਪਾਨ ਜਿਹੜੀ ਸ਼ਮਸ਼ੀਰ ਸੀ ਉਹ ਮਿਆਨ ਦੇ ਵਿੱਚ ਪਾ ਕੇ ਆਪਣੀਆਂ ਦੋਵਾਂ ਬਾਹਾਂ ਨੂੰ ਫੈਲਾਉਂਦੇ ਹੋਏ ਆਖਿਆ ਕਿ ਪੁੱਤਰੋ, ਭਾਵੇਂ ਤੁਸੀਂ ਮੇਰੇ ਦੁਸ਼ਮਣ ਦੇ ਪੁੱਤਰ ਹੋ, ਪਰ ਮੈਨੂੰ ਇਸ ਗੱਲ ਦਾ ਬਹੁਤ ਫਖਰ ਹੈ ਕਿ ਤੁਸੀਂ ਮੈਦਾਨੇ ਜੰਗ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਲੜੇ। ਸਾਧ ਸੰਗਤ ਦੀ ਸਮਰਪਣ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਹ ਗੱਲ ਆਖੀ ਕਿ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ, ਤੁਸੀਂ ਮੈਦਾਨੇ ਜੰਗ ਦੇ ਵਿੱਚ ਬੜੀ ਖੁਸ਼ੀ ਦੇ ਨਾਲ, ਬੜੀ ਜ਼ੋਰ ਦੇ ਨਾਲ, ਗਰਵ ਦੇ ਨਾਲ ਲੜੇ ਹੋ, ਆਓ ਮੇਰੇ ਗਲੇ ਲਾ ਕੇ ਮਿਲੋ। ਮਹਾਰਾਜਾ ਰਣਜੀਤ ਸਿੰਘ ਨੇ ਕਿਲੇ ਦੇ ਬਾਹਰ ਖੜੇ ਹੋ ਕੇ ਉਹਨਾਂ ਪੁੱਤਰਾਂ ਨੂੰ ਗਲੇ ਲਾ ਕੇ, ਭਾਵੇਂ ਦੁਸ਼ਮਣ ਦੇ ਪੁੱਤਰ ਸਨ। ਮੈਂ ਬੇਨਤੀ ਕਰਾਂ, ਗੱਲ ਕਰ ਰਿਹਾ ਸੀ ਸੰਕਲਪ ਦੀ। ਉਹਨਾਂ ਗੁਰੂ ਕੇ ਸਿੱਖਾਂ ਦਾ ਸੰਕਲਪ ਦੇਖੋ ਕਿ ਪੈਰ ਪੈਰ ਦੇ ਉੱਤੇ ਕਦੀ ਤੇ ਤੋਪ ਦਾ ਪਤਾ ਨਹੀਂ ਲੱਗ ਰਿਹਾ। ਦੂਸਰੀ ਸਮੱਸਿਆ ਆਉਂਦੀ ਹੈ ਤੋਪ ਦਾ ਧੁਰਾ ਟੁੱਟਦਾ ਹੈ। ਤੀਸਰੀ ਸਮੱਸਿਆ ਆਉਂਦੀ ਹੈ ਕਿਲੇ ਦੇ ਅੰਦਰ ਫੌਜ ਲੈ ਕੇ ਐਂਟਰ ਕੌਣ ਹੋਵੇਗਾ। ਕਹਿਣ ਤੋਂ ਭਾਵ ਸੰਕਲਪ ਐਸੀ ਚੀਜ਼ ਹੈ, ਗੁਰੂ ਕੇ ਸਿੱਖਾਂ ਨੇ ਜੋ ਉਦੇਸ਼ ਧਾਰਨ ਕੀਤਾ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੀ। ਸਾਧ ਸੰਗਤ ਤੇ ਬੰਦਗੀ ਦਾ ਅਸਰ ਹੈ, ਇਹ ਨਾਮ ਦਾ ਪ੍ਰਤਾਪ ਹੈ। ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ, ਕਿ ਗੁਰੂ ਸਿੱਖਾਂ ਨੇ, ਗੁਰੂ ਦੇ ਲਾਡਲਿਆਂ ਨੇ ਉਸ ਪਲ ਤੇ ਵੀ ਹਾਰ ਨਹੀਂ ਮੰਨੀ ਜਿੱਥੇ ਕੁਝ ਵੀ ਨਹੀਂ ਕੋਲ ਸੀ। ਤੇ ਜੇਕਰ ਸੇਵਾ ਦੀ ਗੱਲ ਕਰੀਏ ਤੇ ਅਥਾਹ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਰਬਾਰ ਦੇ ਵਿੱਚ ਸੇਵਾ ਕਰਦੇ, ਜਦੋਂ ਗੁਰਤਾ ਗੱਦੀ ਤੇ ਬੈਠ ਗਏ, ਗੁਰਤਾ ਗੱਦੀ ਦੀ ਰਸਮ ਵੀ ਅਦਾ ਹੋ ਗਈ, ਅਜੇ ਵੀ ਜਾ ਕੇ ਸੰਗਤ ਦੇ ਝੂਠੇ ਭਾਂਡੇ ਮਾਂਜਦੇ, ਅਜੇ ਵੀ ਸੰਗਤ ਦੇ ਝੂਠੇ ਭਾਂਡੇ ਮਾਂਜਦੇ ਹਨ, ਤਾਂ ਕਿ ਸੇਵਾ ਤੇ ਸੇਵਾ ਸਿਮਰਨ ਦਾ ਜਿਹੜਾ ਸੰਕਲਪ ਹੈ ਉਹ ਕਾਇਮ ਰਹਿ ਸਕੇ। ਗੁਰੂ ਅਮਰਦਾਸ ਜੀ ਦਾ ਕਾਇਮ ਕੀਤਾ, ਗੁਰੂ ਨਾਨਕ ਦੇ ਘਰ ਤੋਂ ਚੱਲਿਆ ਉਹ ਸੰਕਲਪ। ਮੁਲਤਾਨੇ ਜੰਗ ਦੇ ਵਿੱਚ ਸਿੰਘਾਂ ਨੇ ਸੰਕਲਪ ਨੂੰ ਸਮਰਪਣ ਕੀਤਾ।
ਤੇ ਸਾਧ ਸੰਗਤ ਸੰਕਲਪ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਤਿਨਕੇ ਕਾਜ ਸਰੇ। ਜਦੋਂ ਸੰਕਲਪ ਹੁੰਦਾ ਹੈ ਨਾ ਇਨਸਾਨੀ ਜੀਵਨ ਦੇ ਵਿੱਚ, ਸੰਕਲਪ ਘਰ ਕਰਦਾ ਹੈ, ਤਿਨਕੇ ਕਾਜ ਸਰੇ, ਫਿਰ ਜੀਵਨ ਦੇ ਕਾਜ ਪੂਰੇ ਹੁੰਦੇ ਹਨ। ਫਿਰ ਜੀਵਨ ਦੇ ਵਿੱਚ ਕਿਤਨੇ ਵੀ ਵਿਕਲਪ ਆ ਜਾਣ, ਕਿਤਨੇ ਵੀ ਜੀਵਨ ਦੇ ਵਿੱਚ ਹੋਰ ਅਵਸਰ ਆ ਜਾਣ, ਮੌਕੇ ਆ ਜਾਣ ਕਿ ਤੈਨੂੰ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਅਲੱਗ-ਅਲੱਗ ਦੇ ਸੁੱਖ ਸੁਵਿਧਾਵਾਂ ਹਨ, ਨਹੀਂ, ਉਹ ਮਨ ਨੂੰ ਨਹੀਂ ਚੰਗੀਆਂ ਲੱਗਦੀਆਂ। ਉਹ ਗੁਰੂ ਦੇ ਸੰਕਲਪ ਨੂੰ ਕਬੂਲ ਕਰਦਾ ਹੈ, ਉਹ ਗੁਰੂ ਦੀ ਸੇਵਾ ਨੂੰ ਕਬੂਲ ਕਰਦਾ ਹੈ। ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਦੇ ਕੇ ਸਮਾਪਤੀ ਕਰਾਂ। ਇੱਕ ਵਾਰ ਦੀ ਗੱਲ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੇ ਦਰਬਾਰ ਦੇ ਵਿੱਚ ਬੈਠੇ ਹਨ। ਇਸਲਾਮ ਧਰਮ ਦਾ ਬਹੁਤ ਵੱਡਾ ਪੈਗੰਬਰ ਸ਼ਾਹ ਮੁਕੀਮ, ਜਿਸ ਨੂੰ ਆਪਣੇ ਸਮੇਂ ਦੇ ਵਿੱਚ ਹੁਜ਼ਰੋ ਕਿਹਾ ਜਾਂਦਾ ਸੀ। ਹੁਜ਼ਰੋ ਤੋਂ ਭਾਵ ਸਾਧ ਸੰਗਤ ਭੋਰਾ ਹੁੰਦਾ ਹੈ। ਜਦੋਂ ਕੋਈ ਭੋਰੇ ਦੇ ਵਿੱਚ ਬੈਠ ਕੇ ਰੱਬ ਦੀ ਬੰਦਗੀ ਕਰਦਾ ਹੈ ਨਾ, ਤੇ ਉਸ ਦਾ ਨਾਮ ਹੁਜ਼ਰੋ ਪੈਂਦਾ ਹੈ। ਉਹ ਅਖੀਰ ਦੇ ਵਿੱਚ ਉਸ ਦਾ ਨਾਮ ਪੈਂਦਾ ਹੈ ਸ਼ਾਹ ਮੁਕੀਮ। ਬਹੁਤ ਵੱਡਾ ਪੈਗੰਬਰ ਹੈ ਇਸਲਾਮ ਧਰਮ ਦਾ। ਆਪਣੇ ਕੁਝ ਪੀਰਾਂ ਦੇ ਨਾਲ ਇਸਲਾਮ ਧਰਮ ਦੇ ਪੈਗੰਬਰ ਜਿਹੜੇ ਹੋਰ ਹਨ, ਉਹਨਾਂ ਨੂੰ ਨਾਲ ਲੈ ਕੇ 4-5 ਜਣੇ ਗੁਰੂ ਅਮਰਦਾਸ ਦੇ ਦਰਬਾਰ ਵਿੱਚ ਆਉਂਦੇ ਹਨ। ਤੇ ਜਦੋਂ ਦਰਬਾਰ ਵਿੱਚ ਪਹੁੰਚਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਜਾ ਕੇ ਦੇਖਦੇ ਹਨ ਕਿ ਭਾਂਡਿਆਂ ਦੀ ਸੇਵਾ ਰਹਿ ਗਈ ਹੈ, ਭਾਂਡਿਆਂ ਦੀ ਸੇਵਾ ਆਰੰਭ ਕਰ ਦਿੰਦੇ। ਉਹ ਸ਼ਾਹ ਮੁਕੀਮ ਆ ਕੇ ਕਿਸੇ ਸੁੱਖ ਕੋਲੋਂ ਪੁੱਛਦਾ ਹੈ ਕਿ ਗੁਰੂ ਅਮਰਦਾਸ ਜੀ ਕਿੱਥੇ ਹਨ, ਅਸੀਂ ਉਹਨਾਂ ਨੂੰ ਮਿਲਣਾ ਹੈ, ਅਸੀਂ ਉਹਨਾਂ ਨੂੰ ਮਿਲਣ ਆਏ ਹਾਂ। ਤੇ ਉਹ ਇਸ਼ਾਰਾ ਕਰਕੇ ਆਖਦੇ ਹਨ ਕਿ ਉਹ ਜਿਹੜੇ ਭਾਂਡਿਆਂ ਦੇ ਵਿੱਚ, ਲੰਗਰ ਹਾਲ ਦੇ ਵਿੱਚ ਬੈਠ ਕੇ ਭਾਂਡਿਆਂ ਦੀ ਸੇਵਾ ਕਰ ਰਹੇ ਹਨ, ਉਹ ਗੁਰੂ ਅਮਰਦਾਸ ਨੇ। ਸਤ ਸੰਗਤ ਸੱਚ ਜਾਣਿਓ, ਉਹ ਸ਼ਾਹ ਮੁਕੀਮ ਆਪਣੇ ਮਨ ਦੇ ਵਿੱਚ ਧਰਦਾ ਹੈ, ਸੰਕਲਪ ਲੈਂਦਾ ਹੈ ਕਿ ਜੇਕਰ ਸਾਡੇ ਧਰਮ ਦੇ ਵਿੱਚ ਕੋਈ ਇਤਨਾ ਵੱਡਾ ਪੀਰ ਪੈਗੰਬਰ, ਜਿਸ ਨੂੰ ਇਤਨੀ ਵੱਡੀ ਪਦਵੀ ਪ੍ਰਾਪਤ ਹੋ ਜਾਵੇ, ਇਤਨਾ ਵੱਡਾ ਪੀਰ ਬਣ ਜਾਵੇ, ਪੈਗੰਬਰ ਬਣ ਜਾਵੇ, ਉਹ ਅਜੇ ਵੀ ਭਾਂਡਿਆਂ ਦੀ ਸੇਵਾ ਕਰ ਰਿਹਾ ਹੈ। ਅਮਰਦਾਸ ਜੀ ਕੋਲ ਜਾ ਕੇ ਬੇਨਤੀ ਕਰਦਾ ਹੈ ਕਿ ਗੁਰੂ ਜੀ, ਤੁਹਾਡੀ ਸੇਵਾ ਮੇਰੇ ਮਨ ਨੂੰ ਪਤਾ ਨਹੀਂ ਲੱਗਾ ਕਿ ਕਿਸ ਭਾਵ ਦੇ ਨਾਲ ਸੇਵਾ ਹੈ ਤੇ ਕੀ ਸਿਮਰਨ ਹੈ। ਖਿਆਲ ਕਰਿਓ ਸਾਧ ਸੰਗਤ, ਗੁਰੂ ਅਮਰਦਾਸ ਜੀ ਸੁਭਾਵ ਦੇ ਨਾਲ ਪੁੱਛਦੇ ਹਨ ਕਿ ਪੀਰ ਜੀ ਕਹਿਣਾ ਕੀ ਚਾਹੁੰਦੇ ਹੋ। ਇਤਨੀ ਗੱਲ ਆਖਦੇ ਹਨ ਤੇ ਮੁਕੀਮ ਆਖਦਾ ਹੈ ਕਿ ਪਾਤਸ਼ਾਹ, ਜੇਕਰ ਦਹੀਂ ਨੂੰ ਰਿੜਕ ਕੇ ਵਿੱਚੋਂ ਮੱਖਣ ਕੱਢ ਲਿਆ ਜਾਵੇ, ਫਿਰ ਲੱਸੀ ਨੂੰ ਰਿੜਕਣ ਦਾ ਕੀ ਫਾਇਦਾ ਹੈ। ਜੇਕਰ ਦਹੀਂ ਨੂੰ ਰਿੜਕ ਕੇ ਵਿੱਚੋਂ ਮੱਖਣ ਕੱਢ ਲਿਆ ਜਾਵੇ, ਫਿਰ ਲੱਸੀ ਨੂੰ ਰਿੜਕਣ ਦਾ ਕੋਈ ਫਾਇਦਾ ਤੇ ਨਹੀਂ। ਭਾਵ ਜੇਕਰ ਸੇਵਾ ਕਰਦਿਆਂ ਕਰਦਿਆਂ, ਸਿਮਰਨ ਦੀ ਪੌੜੀ ਤੇ ਚੜਦਿਆਂ ਚੜਦਿਆਂ ਅੱਜ ਸੰਕਲਪ ਨੂੰ ਪੂਰੇ ਹੋ ਕੇ ਸਮਰਪਣ ਹੋ ਗਿਆ, ਭਾਵ ਸੇਵਾ ਕਰਦਿਆਂ ਕਰਦਿਆਂ ਗੁਰਤਾ ਗੱਦੀ ਤੇ ਜੋ ਮੰਜ਼ਲ ਸੀ ਗੁਰੂ ਬਣ ਗਏ, ਹੁਣ ਸੇਵਾ ਦੀ ਕੀ ਲੋੜ ਹੈ। ਤੇ ਸਾਧ ਸੰਗਤ ਸੱਚ ਜਾਣਿਓ, ਗੁਰੂ ਅਮਰਦਾਸ ਜੀ ਨੇ ਜਵਾਬ ਦਿੱਤਾ ਕਿ ਸ਼ਾਹ ਮੁਕੀਮ ਜੀ, ਜੇਕਰ ਦਹੀਂ ਨੂੰ ਰਿੜਕਦਿਆਂ ਰਿੜਕਦਿਆਂ ਮੱਖਣ ਵਿੱਚੋਂ ਨਿਕਲ ਆਵੇ ਤੇ ਮੱਖਣ ਨੂੰ ਆਪਣਾ ਅਸਲਾ ਲੱਸੀ ਨਹੀਂ ਭੁੰਨਣੀ ਚਾਹੀਦੀ, ਦਹੀਂ ਨੂੰ ਨਹੀਂ ਭੁੰਨਣਾ ਚਾਹੀਦਾ। ਕਹਿਣ ਤੋਂ ਭਾਵ ਜੇਕਰ ਸੇਵਾ ਸਿਮਰਨ ਤੇ ਚੜਦਿਆਂ, ਸੇਵਾ ਕਰਦਿਆਂ ਸਿਮਰਨ ਦੀ ਪੌੜੀ ਚੜਦਿਆਂ ਸੰਕਲਪ ਪ੍ਰਾਪਤ ਹੋ ਜਾਵੇ, ਗੁਰੂ ਨੂੰ ਸਮਰਪਣ ਹੋ ਜਾਵੇ, ਫਿਰ ਵੀ ਉਹ ਸੇਵਾ ਮਨੋਂ ਨਹੀਂ ਵਿਸਰਨੀ ਚਾਹੀਦੀ। ਜੇਕਰ ਸੇਵਾ ਮਨ ਦੇ ਵਿੱਚ ਭਾਵੇਂ ਸਾਡੀ ਅਖੀਰਲੀ ਪੌੜੀ ਹੋਵੇ, ਜਿਸ ਨੂੰ ਸਤਿਗੁਰੂ ਜੀ ਨੇ ਤੁਰੀ ਅਵਸਥਾ ਗੁਰਮੁਖ ਪਾਈ ਹੈ, ਸੰਤ ਸਭਾ ਕੀ ਓਟ ਲਈ, ਜਿਸ ਨੂੰ ਤੁਰੀ ਅਵਸਥਾ ਆਖਿਆ, ਜੇਕਰ ਉਹ ਵੀ ਪ੍ਰਾਪਤ ਹੋ ਜਾਵੇ, ਫਿਰ ਵੀ ਸੇਵਾ ਤੇ ਸਮਰਪਣ ਜੀਵਨ ਚੋਂ ਨਹੀਂ ਵਿਸਰਨਾ ਚਾਹੀਦਾ। ਬਖਸ਼ਿਸ਼ ਕਰਦੇ ਹਨ, ਜੇਕਰ ਜੀਵਨ ਦੇ ਵਿੱਚ ਸੇਵਾ ਸਮਰਪਣ ਹੈ, ਸੰਕਲਪ ਹੈ, ਸਿਮਰਨ ਹੈ, ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ, ਫਿਰ ਜੀਵਨ ਦੇ ਕਾਜ ਪੂਰੇ ਹੋ ਜਾਣਗੇ। ਆਓ ਗੁਰੂ ਦੇ ਅੱਗੇ ਅਰਦਾਸ ਕਰਿਆ ਕਰੀਏ ਕਿ ਪਾਤਸ਼ਾਹ ਸਾਡੇ ਉੱਤੇ ਵੀ ਕਿਰਪਾ ਕਰ, ਸਾਡੇ ਜੀਵਨ ਦੇ ਵਿੱਚ ਵੀ ਸੰਕਲਪ ਆਵੇ, ਸਾਡੇ ਜੀਵਨ ਦੇ ਵਿੱਚ ਵੀ ਉਹ ਸੇਵਾ ਆਵੇ, ਸਾਡੇ ਜੀਵਨ ਦੇ ਵਿੱਚ ਵੀ ਸਮਰਪਣ ਆਵੇ। ਜੇਕਰ ਗੁਰੂ ਦੇ ਸੰਕਲਪ ਨੂੰ ਪੂਰਾ ਕਰ ਲਈਏ, ਸਮਰਪਣ ਕਰ ਦਈਏ, ਫਿਰ ਵੀ ਜੀਵਨ ਦੇ ਵਿੱਚ ਸੇਵਾ ਬਣੀ ਰਹੇ, ਫਿਰ ਵੀ ਜੀਵਨ ਦੇ ਵਿੱਚ ਸੇਵਾ ਦਾ ਭਾਵ ਲਾਗੂ ਰਵੇ। ਆਓ ਗੁਰੂ ਦੇ ਅੱਗੇ ਅਰਦਾਸ ਕਰਿਆ ਕਰੀਏ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਇਤਨਾ ਕੁਝ ਕਹਿੰਦਿਆਂ ਹੋਇਆ ਦਾਸ ਖਿਮਾ ਦਾ ਜਾਚਕ ਹੈ। ਗੁਰੂ ਦੇ ਵਿਚਾਰ ਕਰਦਿਆਂ, ਗੁਰਬਾਣੀ ਦੀ ਕਥਾ ਕਰਦਿਆਂ ਨਿੱਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਰਹਿਮਤ ਹੋਈ ਹੈ, ਕੋਟਾਨ ਕੋਟ ਸ਼ੁਕਰਾਨਾ ਹੈ। ਸਤਿਗੁਰੂ ਜੀ ਨੇ ਆਪਣੀ ਪਾਵਨ ਗੋਦ ਅੰਦਰ ਬੈਠ ਕੇ ਸਾਨੂੰ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਸਰਵਣ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਗੁਰਮਤਿ ਚੈਨਲ ਦੇ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਗਰ ਆਪ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰੋ, ਬੈਲ ਆਈਕਨ ਜ਼ਰੂਰ ਦਬਾਓ ਤੇ ਕਮੈਂਟਸ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।